ਧੰਨ ਵਾਹਿਗੁਰੂ ਸਾਹਿਬ ਜੀਓ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ। ਜਿਉ ਰਹੈ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ। ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹੈ ਪਰਣੈ। ਗੁਰ ਬਿਨ ਅਵਰ ਨਾ ਜਾਣੈ ਕੋਇ। ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ। ਪਰਮ ਸਨਮਾਨਯੋਗ ਗੁਰੂ ਸਵਾਰੇ ਸਤ ਸੰਗੀ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਦਾ ਸਦਕਾ ਪਿਛਲੇਰੇ ਸਮੇਂ ਤੋਂ ਆਨੰਦ ਸਾਹਿਬ ਦੀ ਪਾਵਨ ਬਾਣੀ ਨੂੰ ਲੜੀਵਾਰ ਸਮਝਣ ਦਾ ਯਤਨ ਕਰ ਰਹੇ ਹਾਂ। ਤੇ ਇਸ ਲੜੀ ਦੇ ਤਹਿਤ 21ਵੀਂ ਪੌੜੀ ਦਾ ਪਾਠ ਆਪਾਂ ਬੜੇ ਸਤਿਕਾਰ ਸਹਿਤ ਹੁਣੇ ਸਰਵਣ ਕੀਤਾ ਹੈ। ਆਓ ਇਸ ਪਾਵਨ ਪੌੜੀ ਦੀ ਵਿਚਾਰ ਦੇ ਨਾਲ ਜੁੜਨ ਤੋਂ ਪਹਿਲਾਂ ਕਲਗੀਧਰ ਪਿਤਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਤਿਨਾਂ ਵੱਲੋਂ ਬਖਸ਼ਿਸ਼ ਕੀਤੀ ਹੋਈ ਗੁਰਫਤਿਹ ਦੇ ਨਾਲ ਸਾਂਝ ਪਾਈਏ ਜੀ। ਪ੍ਰਵਾਨੋ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀਓ, ਇਸ ਪਾਵਨ ਪੌੜੀ ਦੇ ਵਿੱਚ ਜਿਹੜੀ ਵਿਚਾਰ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਤਿਨਾਂ ਨੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਜੇ ਕੋਈ ਸਿੱਖ ਗੁਰੂ ਦੇ ਸਾਹਮਣੇ ਸੁਰਖਰੂ ਹੋਣਾ ਚਾਹੁੰਦਾ ਹੈ, ਜੇ ਉਹ ਗੁਰੂ ਦੇ ਸਾਹਮਣੇ ਬਰੀ ਹੋਣਾ ਚਾਹੁੰਦਾ ਹੈ, ਉਜਲ ਮੁਖ ਹੋਣਾ ਚਾਹੁੰਦਾ ਹੈ, ਤੇ ਇਸ ਦੇ ਲਈ ਇਤਨਾ ਹੀ ਕਾਫੀ ਨਹੀਂ ਕਿ ਉਹ ਸਰੀਰ ਕਰਕੇ ਗੁਰੂ ਦੇ ਨੇੜੇ ਹੋ ਜਾਵੇ। ਇਤਨਾ ਹੀ ਕਾਫੀ ਨਹੀਂ ਕਿ ਉਹ ਤਨ ਕਰਕੇ ਬਾਹਰੀ ਤੌਰ ਤੇ, ਸਰੀਰ ਕਰਕੇ ਬਾਹਰੀ ਤੌਰ ਤੇ ਗੁਰੂ ਦੇ ਨੇੜੇ ਹੋਵੇ ਤੇ ਬਾਹਰਲੇ ਤਨ ਦੇ ਸਦਕਾ, ਸਰੀਰ ਦੇ ਨੇੜੇ ਹੋਣ ਦਾ ਸਦਕਾ ਉਹ ਗੁਰੂ ਦੇ ਸਾਹਮਣੇ ਸੁਰਖਰੂ ਹੋ ਜਾਵੇਗਾ, ਪ੍ਰਵਾਨ ਹੋ ਜਾਵੇਗਾ, ਉਹ ਗੁਰੂ ਦੇ ਸਾਹਮਣੇ ਬਰੀ ਹੋ ਜਾਵੇਗਾ, ਗੁਰੂ ਉਸ ਦੇ ਉੱਪਰ ਖੁਸ਼ ਹੋ ਜਾਵੇਗਾ। ਸਤਿਗੁਰੂ ਜੀ ਕਹਿਣ ਲੱਗੇ, ਜੇ ਗੁਰੂ ਦੇ ਸਾਹਮਣੇ ਸੁਰਖਰੂ ਹੋਣਾ ਹੈ ਤੇ ਫਿਰ ਜਿੱਥੇ ਸਰੀਰ ਕਰਕੇ ਗੁਰੂ ਦੇ ਨੇੜੇ ਹੋਣ ਦੀ ਜ਼ਰੂਰਤ ਹੈ, ਉਥੇ ਕੁਝ ਕੁ ਕਰਮ ਜਿਹੜੇ ਨੇ ਉਹ ਹੋਰ ਕਰਨੇ ਪੈਣੇ ਨੇ। ਜਿੱਥੇ ਇਹ ਕੰਮ ਕੀਤਾ ਜਾ ਰਿਹਾ ਹੈ ਕਿ ਸਰੀਰ ਕਰਕੇ ਗੁਰੂ ਦੇ ਨੇੜੇ ਹੋਈਏ, ਤੇ ਫਿਰ ਸਤਿਗੁਰੂ ਜੀ ਕਹਿਣ ਲੱਗੇ ਉੱਥੇ ਕੁਝ ਕੁ ਕਰਮ ਜਿਹੜੇ ਨੇ, ਕੁਝ ਕੁ ਕੰਮ ਜਿਹੜੇ ਨੇ
ਉਹ ਹੋਰ ਕਰਨੇ ਪੈਣੇ ਨੇ। ਉਹ ਹੋਰ ਕਿਹੜੇ ਕਿਹੜੇ ਕੰਮ ਨੇ ਜਿਨ੍ਹਾਂ ਕੰਮਾਂ ਨੂੰ ਕਰਨ ਦੇ ਨਾਲ ਅਸੀਂ ਗੁਰੂ ਦੇ ਸਾਹਮਣੇ ਸੁਰਖਰੂ ਹੋ ਸਕਦੇ ਹਾਂ, ਗੁਰੂ ਦੇ ਦਰ ਤੇ ਪ੍ਰਵਾਨ ਹੋ ਸਕਦੇ ਹਾਂ, ਗੁਰੂ ਦੀ ਖੁਸ਼ੀ ਨੂੰ ਅਸੀਂ ਆਪਣੇ ਜੀਵਨ ਦੇ ਅੰਦਰ ਮਾਣ ਸਕਦੇ ਹਾਂ। ਕਿਉਂਕਿ ਵੇਖੋ ਸਾਧ ਸੰਗਤ ਜੀ, ਜਦੋਂ ਆਪਾਂ ਪਾਵਨ ਬਾਣੀ ਨੂੰ ਵਿਚਾਰਦੇ ਹਾਂ ਤੇ ਸਤਿਗੁਰੂ ਜੀ ਨੇ ਬੜੀ ਪਿਆਰੀ ਗੱਲ ਕਹੀ ਹੈ। ਗੁਰੂ ਸਾਹਿਬ ਜੀ ਕਹਿਣ ਲੱਗੇ, ਗੁਰੂ ਦੇ ਦਰ ਤੇ ਮਹਜ਼ ਇਤਨਾ ਹੀ ਪ੍ਰਵਾਨ ਨਹੀਂ ਕਿ ਤੂੰ ਸਰੀਰ ਕਰਕੇ ਬਹੁਤ ਨੇੜੇ ਹੈ, ਤੂੰ ਸਰੀਰ ਕਰਕੇ ਗੁਰੂ ਦੇ ਬਹੁਤ ਨੇੜੇ ਹੈ। ਕੇਵਲ ਇਸ ਗੱਲ ਕਰਕੇ ਤੂੰ ਗੁਰੂ ਦੇ ਦਰ ਤੇ ਪ੍ਰਵਾਨ ਨਹੀਂ ਹੋਵੇਗਾ, ਤੂੰ ਗੁਰੂ ਦੀ ਨਿਗਾਹ ਦੇ ਵਿੱਚ ਸੁਰਖਰੂ ਨਹੀਂ ਹੋਵੇਗਾ। ਮੁਬਾਰਕ ਬਾਣੀ ਦੇ ਆਪਾਂ ਬੋਲ ਪੜ੍ਹਦੇ ਹਾਂ। ਸਤਿਗੁਰੂ ਜੀ ਕਹਿਣ ਲੱਗੇ, ਗੁਰ ਸਭਾ ਏਵ ਨਾ ਪਾਈਐ, ਨਾ ਨੇੜੇ ਨਾ ਦੂਰ। ਸਤਿਗੁਰੂ ਜੀ ਕਹਿਣ ਲੱਗੇ, ਇਸ ਢੰਗ ਦੇ ਨਾਲ ਗੁਰੂ ਦੇ ਪਿਆਰ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਵੀ ਤੂੰ ਸਰੀਰ ਕਰਕੇ ਕਿੰਨਾ ਕੁ ਨੇੜੇ ਹੈ ਤੇ ਸਰੀਰ ਕਰਕੇ ਕਿੰਨਾ ਕੁ ਦੂਰ ਹੈ। ਇਹ ਮਾਪਦੰਡ ਨਹੀਂ ਹੈ। ਗੁਰੂ ਦੇ ਦਰ ਤੇ ਮਾਪਦੰਡ ਹੈ ਕਿ ਤੂੰ ਅੰਦਰੋਂ ਹਿਰਦੇ ਕਰਕੇ ਕਿੰਨਾ ਕੁ ਗੁਰੂ ਦੇ ਨੇੜੇ ਹੈ ਤੇ ਹਿਰਦੇ ਕਰਕੇ ਕਿੰਨਾ ਕੁ ਗੁਰੂ ਤੋਂ ਦੂਰ ਹੈ। ਕਿਉਂਕਿ ਗੁਰੂ ਨੇ ਜਦੋਂ ਪਰਖ ਕਰਨੀ ਹੈ ਨਾ, ਜਦੋਂ ਗੁਰੂ ਨੇ ਪਹਿਚਾਨ ਕਰਨੀ ਹੈ, ਤੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਬੜਾ ਪਿਆਰਾ ਇੱਕ ਬਚਨ ਸਾਡੇ ਨਾਲ ਸਾਂਝਾ ਕਰਦੇ ਨੇ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ, ਸਾਕਤ ਜਾਏ ਨਿਵੇਂ ਗੁਰ ਆਗੈ, ਮਨ ਖੋਟੇ ਕੂੜ ਕੁੜਿਆਰੇ। ਗੁਰੂ ਰਾਮਦਾਸ ਜੀ ਮਹਾਰਾਜ ਨੇ ਬਖਸ਼ਿਸ਼ ਕੀਤੀ। ਸਤਿਗੁਰੂ ਜੀ ਕਹਿਣ ਲੱਗੇ, ਸਾਕਤ ਜਾਏ ਨੀਵੇਂ ਗੁਰ ਆਗੈ। ਸਾਕਤ ਦੇ ਅਰਥ ਨੇ ਜਿਹੜਾ ਇਨਸਾਨ ਸੱਚ ਦੇ ਨਾਲੋਂ ਟੁੱਟਾ ਹੋਇਆ ਹੈ, ਰੱਬ ਦੇ ਨਾਲੋਂ ਟੁੱਟਾ ਹੋਇਆ ਹੈ, ਜਿਨੇ ਮਾਇਆ ਨੂੰ ਆਪਣੇ ਜੀਵਨ ਦੇ ਅੰਦਰ ਸੱਚ ਪ੍ਰਵਾਨ ਕਰ ਲਿਆ ਹੈ। ਸਤਿਗੁਰੂ ਜੀ ਕਹਿ ਲਗੇ, ਇਹੋ ਜਿਹਾ ਇਨਸਾਨ ਵੀ ਜਿਹੜਾ ਹੈ ਉਹ ਗੁਰੂ ਦੀ ਸੰਗਤ ਦੇ ਵਿੱਚ ਜਾ ਕੇ ਬੈਠਦਾ ਹੈ। ਸਾਕਤ ਜਾਏ ਨੀਵੇਂ ਗੁਰ ਆਗੈ, ਬਲਕਿ ਉਹ ਝੁਕਦਾ ਵੀ ਹੈ। ਸਾਕਤ ਰੱਬ ਦੇ ਨਾਲੋਂ, ਸੱਚ ਦੇ ਨਾਲੋਂ, ਸਿਧਾਂਤਾਂ ਦੇ ਨਾਲੋਂ ਟੁੱਟਿਆ ਹੋਇਆ ਇਨਸਾਨ ਉਹ ਗੁਰੂ ਦੀ ਸੰਗਤ ਦੇ ਵਿੱਚ ਜਾ ਕੇ ਬੈਠਦਾ ਵੀ ਹੈ। ਤੇ ਸਤਿਗੁਰੂ ਜੀ ਕਹਿਣ ਲੱਗੇ, ਉਹ ਗੁਰੂ ਦੇ ਅੱਗੇ ਨਿਉਂਦਾ ਵੀ ਹੈ, ਝੁਕਦਾ ਵੀ ਹੈ, ਨਮਸਕਾਰ ਵੀ ਕਰਦਾ ਹੈ। ਪਰ ਸਰੀਰ ਤਾਂ ਝੁਕ ਰਿਹਾ ਹੈ, ਸਰੀਰ ਤਾਂ ਸੰਗਤ ਦੇ ਵਿੱਚ ਬੈਠ ਰਿਹਾ ਜਾ ਕੇ। ਸਤਿਗੁਰੂ ਜੀ ਨੂੰ ਪੁੱਛੇ ਵੀ ਅੰਦਰੋਂ ਮਨ ਵੀ ਸੰਗਤ ਦੇ ਵਿੱਚ ਬੈਠ ਰਿਹਾ ਹੈ, ਅੰਦਰੋਂ ਹਿਰਦਾ ਵੀ ਜਿਹੜਾ ਹੈ ਉਹ ਝੁਕ ਰਿਹਾ ਹੈ ਗੁਰੂ ਦੇ ਸਾਹਮਣੇ। ਤੇ ਸਤਿਗੁਰੂ ਜੀ ਕਹਿੰਦੇ ਨੇ, ਮਨ ਖੋਟੇ ਕੂੜ ਕੁੜਿਆਰੇ। ਸਰੀਰ ਕੇਵਲ ਝੁਕ ਰਿਹਾ ਹੈ, ਸਰੀਰ ਸੰਗਤ ਦੇ ਵਿੱਚ ਜਾ ਕੇ ਬੈਠ ਰਿਹਾ ਹੈ, ਪਰ ਮਨ ਜਿਹੜਾ ਹੈ ਉਹ ਗੁਰੂ ਦੇ ਅੱਗੇ ਨਹੀਂ ਝੁਕ ਰਿਹਾ। ਮਨ ਜਿਹੜਾ ਹੈ ਉਹ ਸੰਗਤ ਨਹੀਂ ਕਰ ਰਿਹਾ। ਸਰੀਰ ਜਾ ਕੇ ਸੰਗਤ ਦੇ ਵਿੱਚ ਬੈਠਾ ਹੈ, ਮਨ ਪਤਾ ਨਹੀਂ ਕਿੱਥੇ ਕਿੱਥੇ ਭਟਕ ਰਿਹਾ ਹੈ। ਖਿਮਾ ਕਰਨਾ, ਜਿਹੜੀ ਆਪਾਂ ਸੁਲਤਾਨਪੁਰ ਲੋਧੀ ਦੀ ਇਤਿਹਾਸ ਦੇ ਵਿੱਚੋਂ ਸਾਖੀ ਪੜ੍ਹਦੇ ਆ ਨਾ ਸਾਧ ਸੰਗਤ ਜੀ, ਵੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਉੱਥੇ ਨਵਾਬ ਦੌਲਤ ਖਾਨ ਨੂੰ ਅਤੇ ਉਸ ਕਾਜੀ ਨੂੰ ਇਹ ਗੱਲ ਕਹੀ ਵੀ ਕਾਜੀ ਜੀ, ਤੁਹਾਡੀ ਜ਼ੁਬਾਨ ਤਾਂ ਨਮਾਜ਼ ਅਦਾ ਕਰ ਰਹੀ ਸੀ, ਪਰ ਤੁਹਾਡਾ ਮਨ ਜਿਹੜਾ ਹੈ ਉਹ ਨਮਾਜ਼ ਅਦਾ ਨਹੀਂ ਸੀ ਕਰ ਰਿਹਾ। ਮਨ ਤੁਹਾਡਾ ਕਿਤੇ ਹੋਰ ਸੀ। ਕਿਉਂਕਿ ਵੈਸੇ ਆਪਾਂ ਇਹ ਸਾਖੀ ਇਤਿਹਾਸ ਦੀ ਬਹੁਤ ਵਾਰੀ ਸਰਵਣ ਕੀਤੀ ਹੈ, ਮੈਂ ਕੇਵਲ
ਟੂਕ ਮਾਤਰ ਆਪ ਜੀ ਦੇ ਨਾਲ ਗੱਲ ਸਾਂਝੀ ਕਰਨੀ ਹੈ। ਜਦੋਂ ਉਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਉੱਥੇ ਇਸ ਗੱਲ ਦਾ ਨਾਰਾ ਲਾਇਆ ਨਾ ਕੋ ਹਿੰਦੂ ਨਾ ਮੁਸਲਮਾਨ, ਤੇ ਜਿਹੜੇ ਉਹ ਲੋਕ ਸਨ ਉਹ ਕਹਿ ਲੱਗੇ ਵੀ ਜੇ ਤੁਹਾਨੂੰ ਕੋਈ ਫਰਕ ਨਹੀਂ ਨਜ਼ਰ ਆ ਰਿਹਾ ਤੇ ਆਓ ਫਿਰ ਸਾਡੇ ਨਾਲ ਨਮਾਜ਼ ਅਦਾ ਕਰੋ ਮਸਜਿਦ ਦੇ ਵਿੱਚ ਚੱਲ ਕੇ। ਸਤਿਗੁਰੂ ਜੀ ਕਹਿ ਲੱਗੇ ਜੀ ਸਦਕੇ ਕਿਉਂ ਨਹੀਂ। ਇਵੇਂ ਸਤਿਗੁਰੂ ਜੀ ਜਗਨਨਾਥਪੁਰੀ ਦੀ ਧਰਤੀ ਤੇ ਗਏ। ਹੁਣ ਜਦੋਂ ਉਹ ਸਾਰੇ ਨਮਾਜ਼ ਅਦਾ ਕਰਨ ਲੱਗ ਪਏ ਨੇ ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਹਨਾਂ ਨੂੰ ਵੇਖ ਰਹੇ ਨੇ, ਨਮਾਜ਼ ਅਦਾ ਕਰਦਿਆਂ ਨੂੰ ਸਤਿਗੁਰੂ ਜੀ ਵੇਖਦੇ ਨੇ ਵੀ ਇਹ ਜ਼ੁਬਾਨ ਤਾਂ ਇਹਨਾਂ ਦੀ ਨਮਾਜ਼ ਪੜ੍ਹ ਰਹੀ ਹੈ ਪਰ ਚਿਹਰੇ ਦੇ ਹਾਵ ਭਾਵ ਜਿਹੜੇ ਨੇ ਉਹ ਕੁਝ ਹੋਰ ਨੇ, ਅੰਦਰ ਟਿਕਾ ਨਹੀਂ ਹੈ। ਬਹੁਤੀ ਵਾਰੀ ਸਾਡੇ ਨਾਲ ਵੀ ਐਸਾ ਵਾਪਰਦਾ, ਜ਼ੁਬਾਨ ਤਾਂ ਉਹ ਗੁਟਕਾ ਸਾਹਿਬ ਲੈ ਕੇ ਹੱਥ ਤਾਂ ਬੈਠੇ ਹੁੰਦੇ ਨੇ, ਜ਼ੁਬਾਨ ਪੜ੍ਹ ਰਹੀ ਹੈ ਜਪਜੀ ਸਾਹਿਬ, ਕੇਵਲ ਜ਼ੁਬਾਨ ਪੜ੍ਹ ਰਹੀ ਹੈ, ਅੰਦਰੋਂ ਮਨ ਥੋੜੀ ਨਾ ਜਪਜੀ ਸਾਹਿਬ ਪੜ੍ਹ ਰਿਹਾ। ਸੁਰਤ ਤੇ ਜਪਜੀ ਸਾਹਿਬ ਪੜ੍ਹ ਹੀ ਨਹੀਂ ਰਹੀ। ਤਾਈਓ ਤਾਂ ਆਪਾਂ ਵੇਖਦੇ ਹਾਂ ਕਈ ਵਾਰ ਜਪਜੀ ਸਾਹਿਬ ਪੜ੍ਹਦਿਆਂ ਨਾ ਅਸੀਂ ਜਾ ਸੋਦਰ ਦੇ ਵਿੱਚ ਵੜਦੇ ਹਾਂ। ਜਦੋਂ ਪੌੜੀ ਹੁੰਦੀ ਨਾ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ, ਉਹ ਜਪਜੀ ਸਾਹਿਬ ਪੜ੍ਹਦਿਆਂ ਅਸੀਂ ਸੋਦਰ ਸ਼ੁਰੂ ਕਰ ਦਿੰਦੇ ਹਾਂ। ਉਹ ਬਾਅਦ ਚੋਂ ਪਤਾ ਲੱਗਦਾ ਵੀ ਮੈਂ ਤਾਂ ਜਪਜੀ ਸਾਹਿਬ ਪੜ੍ਹ ਰਿਹਾ ਸਾਂ। ਇਹਦਾ ਕਾਰਨ ਇਹ ਹੈ ਵੀ ਜ਼ੁਬਾਨ ਪੜ੍ਹ ਰਹੀ ਹੈ ਪਰ ਅੰਦਰੋਂ ਸੁਰਤ ਨਹੀਂ ਪੜ੍ਹ ਰਹੀ, ਹਿਰਦਾ ਨਹੀਂ ਪੜ੍ਹ ਰਿਹਾ, ਮਨ ਨਹੀਂ ਪੜ੍ਹ ਰਿਹਾ। ਸੋ ਮੈਂ ਬੇਨਤੀ ਕਰ ਰਿਹਾ ਸੀ ਵੀ ਸਤਿਗੁਰੂ ਜੀ ਉਹਨਾਂ ਦੇ ਚਿਹਰੇ ਦੇ ਹਾਵ ਭਾਵ ਵੇਖਦੇ ਨੇ ਵੀ ਕਾਜੀ ਇਹ ਤੇਰੀ ਜ਼ੁਬਾਨ ਤਾਂ ਨਮਾਜ਼ ਅਦਾ ਕਰ ਰਹੀ ਸੀ ਪਰ ਅੰਦਰ ਤੇਰੇ ਚਿਹਰੇ ਦੇ ਹਾਵ ਭਾਵ ਇਹ ਦੱਸਦੇ ਨੇ, ਤੇਰੇ ਸਰੀਰ ਦੀ ਲੈਂਗੁਏਜ ਇਹ ਦੱਸਦੀ ਹੈ, ਤੇਰੀ ਬੋਡੀ ਲੈਂਗੁਏਜ ਇਹ ਦੱਸ ਰਹੀ ਹੈ ਕਿ ਤੂੰ ਅੰਦਰੋਂ ਨਮਾਜ਼ ਨਹੀਂ ਸੀ ਪੜ੍ਹ ਰਿਹਾ। ਸੱਚੀ ਸੱਚੀ ਦੱਸੀ ਕਾਜੀ, ਦੱਸੀ ਵੀ ਤੇਰੇ ਮਨ ਦੇ ਵਿੱਚ ਕੀ ਚੱਲ ਰਿਹਾ ਸੀ। ਗੁਰੂ ਨਾਨਕ ਸਾਹਿਬ ਜੀ ਉੱਥੇ ਕਾਜੀ ਨੂੰ ਪਕੜ ਲੈਂਦੇ ਨੇ, ਉਹਦੀ ਇਸ ਹੁਸ਼ਿਆਰੀ ਨੂੰ, ਉਹਦੀ ਇਸ ਚਲਾਕੀ ਨੂੰ, ਕਿਉਂਕਿ ਜਿਹੜੀ ਗੱਲ ਆਪਾਂ ਬਾਣੀ ਦੇ ਵਿੱਚੋਂ ਪੜ੍ਹਦੇ ਨਾ ਸਹਿਸ ਸਿਆਣਪਾਂ ਲੱਖ ਹੋਵੈ ਤਾਂ ਇੱਕ ਨਾ ਚੱਲੇ ਨਾਲ। ਸਤਿਗੁਰੂ ਜੀ ਉਸ ਕਾਜੀ ਦੀ ਇਸ ਚਲਾਕੀ ਨੂੰ ਪਕੜ ਲੈਂਦੇ ਨੇ। ਕਾਜੀ ਸੱਚੀ ਸੱਚੀ ਦੱਸੀ, ਮੈਂ ਵੇਖ ਰਿਹਾ ਸੀ ਤੈਨੂੰ ਖਲੋਤਾ। ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਮੈਂ ਵੇਖ ਰਿਹਾ ਸੀ ਤੈਨੂੰ ਖਲੋਤਾ, ਤੇਰੀ ਜ਼ੁਬਾਨ ਤਾਂ ਨਮਾਜ਼ ਅਦਾ ਕਰ ਰਹੀ ਸੀ ਪਰ ਤੇਰੀ ਬੋਡੀ ਲੈਂਗੁਏਜ ਜਿਹੜੀ ਹੈ ਉਹ ਨਮਾਜ਼ ਅਦਾ ਨਹੀਂ ਸੀ ਕਰ ਰਹੀ, ਤੇਰੇ ਚਿਹਰੇ ਦੇ ਹਾਵ ਭਾਵ ਨਹੀਂ ਸਨ ਨਮਾਜ਼ ਅਦਾ ਕਰ ਰਹੇ, ਤੇਰਾ ਮਨ ਕਿੱਥੇ ਸੀ। ਤੇ ਮੈਂ ਬੇਨਤੀ ਕਰਾਂ ਸਾਧ ਸੰਗਤ ਜੀ, ਕਾਜੀ ਜਿਹੜਾ ਹੈ ਨਾ ਉਹ ਸਾਡੇ ਨਾਲੋਂ ਇਮਾਨਦਾਰ ਸੀ। ਉਹ ਮੰਨ ਗਿਆ ਉਸੇ ਵੇਲੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਸਾਹਮਣੇ ਵੀ ਬਾਬਾ ਮੈਂ ਤਾਂ ਸਰੀਰ ਕਰਕੇ ਇੱਥੇ ਬੈਠਾ ਸੀ, ਮੇਰਾ ਮਨ ਤਾਂ ਜਿਹੜਾ ਹੈ ਉਹ ਘਰੇ ਦੌੜਿਆ ਹੋਇਆ ਸੀ, ਘਰੇ ਗਿਆ ਸੀ ਵੀ ਕਿਤੇ ਘੋੜੀ ਨੇ ਜਿਹੜਾ ਨਵਾਂ ਬੱਚਾ ਵਛੇਰਾ ਉਹਨੇ ਦਿੱਤਾ ਹੈ ਉਹ ਖੂਹ ਦੇ ਵਿੱਚ ਨਾ ਡਿੱਗ ਜਾਵੇ। ਸੋ ਮੈਂ ਬੇਨਤੀ ਕਰ ਰਿਹਾ ਸੀ ਵੀ ਇਹ ਜਿਹੜੀ ਸੁਲਤਾਨਪੁਰ ਲੋਧੀ ਘਟਨਾ ਵਾਪਰੀ ਹੈ ਨਾ ਇਹ ਮਹਜ਼ ਉਹਨਾਂ ਦੇ ਨਾਲ ਹੀ ਨਹੀਂ, ਇਹ ਸਾਡੇ ਨਾਲ ਘਟਨਾ ਨਿਤ ਵਾਪਰਦੀ ਹੈ, ਨਿਤ। ਬਸ ਗੱਲ ਇੰਨੀ ਕੁ ਹੈ, ਉਹ ਕਾਜੀ ਜਿਹੜਾ ਸੀ, ਨਵਾਬ ਜਿਹੜਾ ਸੀ ਦੌਲਤ ਖਾਂ, ਉਹ ਇਮਾਨਦਾਰ ਸਨ, ਉਹ ਆਪਣੀ ਗਲਤੀ ਮੰਨ ਗਏ। ਸਾਡੇ ਨਾਲ ਇਹ ਘਟਨਾ ਨਿਤ ਵਾਪਰਦੀ ਹੈ, ਅਸੀਂ ਬੇਈਮਾਨ ਆਪਣੀ ਗਲਤੀ ਮੰਨਣ ਦੇ ਲਈ ਤਿਆਰ ਨਹੀਂ ਹਾਂ। ਸਾਡਾ ਸਰੀਰ ਬੈਠਾ ਹੁੰਦਾ ਹੈ ਗੁਰਦੁਆਰੇ, ਖਿਮਾ ਕਰਨਾ, ਸਰੀਰ ਗੁਰਦੁਆਰੇ ਬੈਠਾ ਹੈ, ਸਰੀਰ ਗੁਰੂ ਦੇ ਸਾਹਮਣੇ ਝੁਕਦਾ ਹੈ ਪਰ ਮਨ ਜਿਹੜਾ ਹੈ ਉਹ ਗੁਰੂ ਦੇ ਸਾਹਮਣੇ ਨਹੀਂ ਝੁਕ ਰਿਹਾ। ਮਨ ਜਿਹੜਾ ਹੈ ਉਹ ਗੁਰਦੁਆਰੇ ਨਹੀਂ ਬੈਠ ਰਿਹਾ, ਮਨ ਕਿਤੇ ਹੋਰ ਹੀ ਤੁਰਿਆ ਫਿਰਦਾ। ਜ਼ੁਬਾਨ ਬਾਣੀ ਪੜ੍ਹ ਰਹੀ ਹੈ, ਹੱਥ ਦੇ ਵਿੱਚ ਗੁਟਕਾ ਹੈ ਪਰ ਮਨ ਥੋੜੀ ਨਾ ਬਾਣੀ ਪੜ੍ਹ ਰਿਹਾ, ਸੁਰਤ ਥੋੜੀ ਨਾ ਬਾਣੀ ਪੜ੍ਹ ਰਹੀ ਹੈ। ਸੋ ਮੈਂ ਜਿਹੜੀ ਬੇਨਤੀ ਸਾਧ ਸੰਗਤ ਜੀ ਆਪ ਜੀ ਦੇ ਨਾਲ ਸਾਂਝੀ ਕਰ ਰਿਹਾ ਸਾਂ, ਸਤਿਗੁਰੂ ਜੀ ਕਹਿਣ ਲੱਗੇ
इस घर दे अंदर इस गल नूं परवान नहीं भी तू शरीर करके गुरु दे किन्ना कु नेड़े है, तू शरीर करके किन्ना कु चुके है, बल्कि शरीर करके जिहड़े झुके सन, जिन्हां ने शरीर करके ऐ डंडोतां कीतियां। वैसे आपां सतगुरु जी की बाणी नूं पढ़ीए तो गुरु रामदास जी महाराज रोज़ सानू ये गल समझाते हैं। सतगुरु जी कह लगे कर डंडोत पुन वड्डा है। डंडोत के अर्थ ये ने डंडे दे वांगू सीधा लम्मे पै के नमस्कार करनी अपने इष्ट दे अगे, अपने गुरु दे अगे, रब दे अगे। सतगुरु जी कह लगे बड़ा वड्डा पुण्य है, पर तेरा डंडे दे वांगू शरीर करके डंडे वांगू सीधा लम्मे पै के नमस्कार करना तां ही प्रवान है, जे अंदरों तेरा मन भी नमस्कार कर रहा है, जे अंदरों तेरा हिरदा भी नमस्कार करे। जे कला शरीर ही झुकिया तो फिर पढ़िए आपां बाबे दी बाणी दे बोल। सतगुरु जी कहते ने सिमल रुख सराय राम अत दीरघ अत मुच ओए जे आवे आस कर जाहे निरासे कित फल फिके फुल बक बके कम न आवे पत मिठत नीवी नानका गुण चंगियाइयां तत सब को नीवे आप को पर को निवै न कोए धर तराजू तोलिए नीवे सगोरा होए अपराधी दूना निवै जो हंता मिर्गा शीस निवाये क्या थिए जा हृदय कसुदे जाए। सतगुरु जी कह लगे इस ढंग दे नाल तां अपराधी भी झुकदा है। हिरण का शिकार करने वाला शिकारी भी जिहड़ा वो शरीर करके झुकदा है। हुण शरीर करके अपराधी भी झुकिया ते शरीर करके शिकारी भी झुकिया, पर वो शरीर करके तां झुके पर उन्हां दे अंदरली भावना जिहड़ी है वो नहीं झुकी, वो भावना कोई होर सी। तो सतगुरु जी ने स्पष्ट जिहा शब्दां दे विच गल कह दी। सतगुरु जी कह लगे शीस नवाया क्या थिए जा हृदय कसुदे जाए। गुरु साहब जी कह लगे जे हिरदा खाली लैके चला गया है ना ते खिमा करी ना तो तेरा गुरुद्वारे आया शरीर करके प्रवान है, ना शरीर करके तेरी पढ़ी बाणी प्रवान है, ना शरीर करके तेरा गुरुद्वारे बैठिया प्रवान है, ना शरीर करके तेरा किता होया वो हर कर्म जिहड़ा है वो गुरु दे दर ते प्रवान नहीं, जिस काम दे विच तेरी सुरत ने शरीर दा साथ नहीं दिता। इसे करके पंचम पातशाह ने बड़ी प्यारी विचार सानू दिती सी। सतगुरु जी कह लगे प्रभ की उस्तत करो संत मीत सावधान एकाग्र चीत। सो बेनती करे सी भी गुरु दे दर ते इस करके प्रवान नहीं होना, इस करके सुरखरू नहीं होना भी शरीर करके असी किन्ना कु नेड़े आ, शरीर करके गुरु दे दर ते किन्ना कु असी झुके आ। गुरु रामदास जी महाराज कहते ने साकत जाए नीवे गुर आगे मन खोटे कूड़ कुड़ियारे जागुर कहे उठो मेरे भाई बह जाए खुसर बगुलारे। सतगुरु जी कह लगे जे तू बह भी जावे शरीर करके, अच्छा जदों गुरु ने परीक्षा लैनी है ना, जदों गुरु ने कहना भी चल उठ सज्जना तू दस भी तू की सिੱਖਿਆ इत्थे आके, सतगुरु जी कह लगे उदों तू बगले दे वांग घेस वट जानी है। ते गुरु जिहड़ा है ना वो इन्हां चलाकियां नूं पकड़ लैंदा है। गुरु दे सामने ये चलाकियां नहीं चलनियां। इस करके सतगुरु जी कहते ने जे को सिख
गुरु सेती सन्मुख होवे। जे कोई सिख गुरु दे नाल, गुरु दे सामने सुरखरू होना चाहुंदा है ते सतगुरु जी नूं पुछिए भी केवल शरीर करके गुरु दे नेड़े बैठे ते तां सुरखरू हो जाएगा? गुरु साहब जी कहने लगे ना, बिल्कुल नहीं। देखो साध संगत जी, इतिहास दे बड़े प्यारे पन्ने ने। प्रिथी चंद, बाबा प्रिथी चंद जिहड़ा है वो शरीर करके गुरु रामदास जी महाराज के बिल्कुल नेड़े बैठता है, क्योंकि गुरु रामदास जी महाराज ने गुरु घर की जिन्नी भी जिम्मेवारी लैन देन की है ना, वो सारी बाबे प्रिथी चंद नूं सौंपी हुई है। कित्थों किन्ना आ रहा है, कित्थे किन्ना लग रहा है, ये सारी जिम्मेवारी बाबे प्रिथी चंद दे कोल। बड़ा माहर है इस गल दे विच। हुण शरीर करके तो वो गुरु के नेड़े है, पर सुरत करके, हिरदा करके, दिल करके वो गुरु के नेड़े नहीं। शरीर करके प्रिथी चंद गुरु रामदास जी महाराज के नेड़े है, दिल करके, हिरदे करके गुरु अर्जन साहब जी महाराज लाहौर बैठे हुए गुरु रामदास महाराज के नेड़े ने। हुण वेखो भी ये इतिहास की जिहड़ी घटना है, ये साडे सामने इन्हां पंक्तियां का किवें एक प्रैक्टिकल रूप है। गुरु रामदास महाराज जी दे कोल एक उन्हां दा पुत्र बिल्कुल नेड़े है शरीर करके, पर हिरदे करके दूर है। ते दूसरा पुत्र गुरु अर्जन साहब जी महाराज वो शरीर करके दूर है, लाहौर बैठे ने, पर मन करके, हिरदे करके नेड़े ने। ते गुरु रामदास महाराज जी की निगाह दे विच प्रवान किहड़े होए? बाबा प्रिथी चंद ना। बाबा प्रिथी चंद दे परथाए गुरु रामदास जी महाराज ये गल कहंदे ने, काहे पूत झगरत हो संग बाप, जिनके जने बडीरे तुम हो 300 झगरत पाप। प्रिथी चंद के परथाए ये गल कह दी जाती है। ते गुरु अर्जन साहब जी महाराज जिहड़े शरीर करके तो दूर ने, पर सुरत करके, मन करके, हिरदे करके वो गुरु के नेड़े ने। ते कदे उन्हां दे परथाए आपां पुछण दा यतन करिए ते बड़े प्यारे बोल सानू मिलते ने, छतर सिंघासन प्रथमी गुरु अर्जन को दे आयो। अपने सामने ये बोल ने ना मुबारक। सो बेनती कर रहे थे सतगुरु जी कहते ने, जे तू गुरु के सन्मुख होना चाहना है, जे को सिख गुरु सेती सन्मुख होवे, ते केवल इन्ना ही काफ़ी नहीं भी तू शरीर करके गुरु के किन्ना पुजने, फिर तेनू होर भी कुछ करना पवेगा। जे सुरखरू होना चाहना है तो की करना पवेगा? सतगुरु जी कह लगे, होवे तां सन्मुख सिख कोई। जे कोई सिख सुरखरू होना चाहता है ना, तो आ काम उन्होंने करना पैना। जियो रहे गुर नाले, जियो दे अर्थ ने दिल करके, हिरदा करके, अंदरों उन्होंने अंदरों गुरु के नाल जुड़ना पैना। अंदरों शरीर तो गुरु के नाल जुड़ेगा ही, पर केवल शरीर जुड़े इन्ना ही काफ़ी नहीं। अंदरों सुरत करके, मन के तल ते, हिरदे तल ते गुरु के नाल जुड़ना पैना। वैसे मैं एक बेनती करा भी सिक्खी जिहड़ी है ना, वो सुरत की सिक्खी है। जिहड़ी आपां गल पढ़ते हैं ना बाणी विचों, शब्द गुरु सुरत धुन चेला, सिक्खी सुरत की है। तो जिदन सुरत की सिक्खी आ गई, उदन शरीर की जिहड़ी है वो सिक्खी आपे आ जानी है। जे सुरत की सिक्खी आ गई तो शरीर की सिक्खी आपे आ जानी है। अजे की है? अजे केवल शरीर की सिक्खी है साडे कोल, सुरत की सिक्खी नहीं है। शरीर की सिक्खी तो साडे कोल है, पर सुरत की सिक्खी नहीं है। तो फिर जिहदे कोल शरीर की सिक्खी है ना,
ਫਿਰ ਉਹ ਕੀ ਕਰ ਰਿਹਾ, ਉਹਦੇ ਕੋਲ ਸੁਰਤ ਦੀ ਸਿੱਖੀ ਨਹੀਂ ਹੈ, ਉਹ ਕੇਵਲ ਸਰੀਰ ਦੀ ਸਿੱਖੀ ਲੈ ਕੇ ਉਹ ਫਿਰ ਕਦੇ ਬਾਬਿਆਂ ਦੇ ਕੋਲ ਤੁਰਿਆ ਫਿਰਦਾ, ਕਦੇ ਪੀਰਾਂ ਦੇ ਅੱਗੇ ਨੱਕ ਰਗੜਦਾ ਫਿਰਦਾ, ਕਦੇ ਕਿਸੇ ਦੇ ਅੱਗੇ ਲਿਲਕੜੀਆਂ ਕੱਢਦਾ ਫਿਰਦਾ ਤੇ ਕਦੇ ਕਿਸੇ ਦੇ ਅੱਗੇ। ਕਹਿਣ ਤੋਂ ਭਾਵ ਇਹ ਹੈ, ਆਪਾਂ ਵੇਖਦੇ ਨਹੀਂ ਆਪਾਂ ਵੀ ਸਿੱਖ ਅਖਵਾਉਣ ਵਾਲੇ ਜਿਨ੍ਹਾਂ ਨੇ ਕਿਰਪਾਨਾਂ ਵੀ ਪਾਈਆਂ ਨੇ, ਜਿਨ੍ਹਾਂ ਨੇ 5 ਕਕਾਰੀ ਵਰਦੀ ਵੀ ਧਾਰਨ ਕੀਤੀ ਹੈ, ਸਿਰ ਤੇ ਦਸਤਾਰ ਵੀ ਬੰਨੀ ਹੈ, ਉਹ ਫਿਰ ਵੀ ਵਹਿਮਾਂ ਤੇ ਭਰਮਾਂ ਦੇ ਵਿੱਚ ਪਏ ਹੋਏ ਨੇ। ਇਹਦਾ ਕਾਰਨ ਇਹ ਹੈ ਵੀ ਉਹਨਾਂ ਦੇ ਕੋਲ ਸਰੀਰ ਦੀ ਸਿੱਖੀ ਤਾਂ ਹੈ, ਪਰ ਉਹਨਾਂ ਦੇ ਕੋਲ ਹਿਰਦੇ ਦੀ ਸਿੱਖੀ ਨਹੀਂ, ਸੁਰਤ ਦੀ ਸਿੱਖੀ ਨਹੀਂ ਹੈ। ਉਹਨਾਂ ਦੇ ਕੋਲ ਮਨ ਦੀ ਸਿੱਖੀ ਜਿਹੜੀ ਹੈ ਉਹ ਨਹੀਂ ਹੈ। ਤੇ ਜਿਨ੍ਹਾਂ ਦੇ ਕੋਲ ਖਿਮਾ ਕਰਨਾ ਸੁਰਤ ਦੀ ਸਿੱਖੀ ਆ ਗਈ ਹੈ, ਉਹਨਾਂ ਨੇ ਆਪਣੇ ਸਰੀਰ ਨੂੰ ਵੀ ਸਿੱਖ ਬਣਾ ਲਿਆ। ਕਿਤੇ ਆਪਾਂ ਇਤਿਹਾਸ ਦੇ ਪੰਨਿਆਂ ਦੇ ਵਿੱਚੋਂ ਗੱਲਾਂ ਪੜ੍ਹੀਏ, ਪੀਰ ਬੁੱਧੂ ਸ਼ਾਹ ਵਰਗਿਆਂ ਦੀਆਂ ਜਾਂ ਨਿਹੰਗ ਖਾਂ ਮਲੇਰ ਕੋਟਲੇ ਵਰਗਿਆਂ ਦੀਆਂ ਜਾਂ ਟੋਡਰਮਲ ਵਰਗਿਆਂ ਦੀਆਂ ਜਾਂ ਆਪਾਂ ਮੋਤੀ ਰਾਮ ਮਹਿਰੇ ਵਰਗਿਆਂ ਦੀਆਂ ਇਤਿਹਾਸ ਦੀਆਂ ਪੰਨਿਆਂ ਦੇ ਵਿੱਚੋਂ ਗੱਲਾਂ ਪੜ੍ਹੀਏ, ਬੀਬੀ ਮੁਮਤਾਜ਼ ਵਰਗੀਆਂ ਦੀਆਂ ਆਪਾਂ ਉਹਨਾਂ ਦਾਸਤਾਨਾਂ ਨੂੰ ਪੜ੍ਹੀਏ ਜਿਨ੍ਹਾਂ ਨੇ ਸੁਰਤ ਦੀ ਸਿੱਖੀ ਨੂੰ ਗ੍ਰਹਿਣ ਕੀਤਾ ਹੈ। ਫਿਰ ਉਹਨਾਂ ਨੇ ਸਰੀਰ ਦੀ ਸਿੱਖੀ ਜਿਹੜੀ ਹੈ ਉਹ ਆਪੇ ਆਪਣੇ ਜੀਵਨ ਦੇ ਅੰਦਰ ਅਪਣਾ ਲਈ ਹੈ। ਫਿਰ ਉਹ ਸਰੀਰ ਤੋਂ ਬਹੁਤ ਉੱਚੇ ਉੱਠ ਗਏ ਨੇ। ਹੁਣ ਸਤਿਗੁਰੂ ਜੀ ਕਹਿੰਦੇ ਨੇ, ਜੇ ਗੁਰੂ ਦੇ ਸਨਮੁਖ ਹੋਣਾ ਚਾਹੁੰਦਾ ਹੈ ਤੇ ਭਲਿਆ ਤੈਨੂੰ ਦਿਲ ਦੀ ਸਿੱਖੀ ਅਪਣਾਣੀ ਪਵੇਗੀ, ਦਿਲ ਕਰਕੇ ਹਿਰਦੇ ਕਰਕੇ ਗੁਰੂ ਦੇ ਨਾਲ ਜੁੜਨਾ ਪਵੇਗਾ। ਤੇ ਫਿਰ ਸਤਿਗੁਰੂ ਜੀ ਕਹਿ ਲੱਗੇ, ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ। ਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ ਦੇ ਵਿੱਚ ਸਾਂਭ ਕੇ ਰੱਖਣਾ ਪਵੇਗਾ, ਗੁਰੂ ਦੇ ਚਰਨਾਂ ਨੂੰ ਧਿਆਉਣਾ ਪਵੇਗਾ। ਤੇ ਗੁਰੂ ਦੇ ਚਰਨ ਕੀ ਨੇ ਜੀ? ਗੁਰੂ ਦਾ ਸ਼ਬਦ। ਆਪਾਂ ਵਚਨ ਪੜ੍ਹਦੇ ਨਾ, ਹਿਰਦੈ ਸ਼ਬਦ, ਹਿਰਦੈ ਚਰਨ ਸ਼ਬਦ ਸਤਿਗੁਰੂ ਕੋ ਨਾਨਕ ਬਾਂਧਿਓ ਪਾਲ। ਸਤਿਗੁਰੂ ਜੀ ਕਹਿ ਲੱਗੇ, ਗੁਰੂ ਦੇ ਸ਼ਬਦ ਨੂੰ ਆਪਣੇ ਅੰਦਰ ਸੰਭਾਲ ਕੇ ਰੱਖਣਾ ਪਵੇਗਾ, ਹਿਰਦੇ ਦੇ ਅੰਦਰ ਸੰਭਾਲ ਕੇ ਰੱਖਣਾ ਪਵੇਗਾ, ਸ਼ਬਦ ਨੂੰ ਧਿਆਉਣਾ ਪਵੇਗਾ, ਬਾਰ-ਬਾਰ ਚੇਤੇ ਕਰਨਾ ਪਵੇਗਾ। ਇਹੀ ਹੈ ਮਨ ਕਰਕੇ ਗੁਰੂ ਦੇ ਨਾਲ ਰਹਿਣਾ। ਤੇ ਸਤਿਗੁਰੂ ਜੀ ਕਹਿ ਲੱਗੇ, ਹੋਰ ਕੀ ਕਰਨਾ ਪਵੇਗਾ? ਆਪ ਛੱਡ ਸਦਾ ਰਹੇ ਪਰਨੇ। ਤੈਨੂੰ ਆਪਣਾ ਭਾਵ ਛੱਡਣਾ ਪਵੇਗਾ, ਸਦਾ ਗੁਰੂ ਦੇ ਆਸਰੇ ਤੇ ਰਹਿਣਾ ਪਵੇਗਾ, ਗੁਰੂ ਤੇ ਭਰੋਸਾ ਰੱਖ ਕੇ ਰਹਿਣਾ ਪਵੇਗਾ। ਗੁਰਬਿਨ ਅਵਰ ਨਾ ਜਾਣੇ ਕੋਈ। ਇਸ ਪੰਕਤੀ ਨੂੰ ਧਿਆਨ ਦੇ ਨਾਲ ਸਮਝਿਓ। ਸਤਿਗੁਰੂ ਜੀ ਕਹਿ ਲਗੇ, ਜੇ ਗੁਰੂ ਦੇ ਸਾਹਮਣੇ ਸੁਰਖਰੂ ਹੋਣਾ ਚਾਹੁੰਦਾ ਹੈ ਨਾ, ਫਿਰ ਗੁਰੂ ਤੋਂ ਇਲਾਵਾ ਕਿਸੇ ਹੋਰ ਨੂੰ ਨਾ ਜਾਣ। ਫਿਰ ਇਹ ਗੱਲ ਕਹਿ ਦੇ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਇਹ ਗੱਲ ਆਪਣੇ ਜੀਵਨ 'ਚ ਪ੍ਰਵਾਨ ਕਰ ਲੈ। ਪਰ ਅੱਜ ਤੁਸੀਂ ਵੇਖੋ ਵੀ ਅਖਵਾ ਸਿੱਖ ਵੀ ਰਿਹਾ ਤੇ ਉਹ ਗੁਰੂ ਦੇ ਸਾਹਮਣੇ ਸੁਰਖਰੂ ਵੀ ਹੋਣਾ ਚਾਹ ਰਿਹਾ, ਪਰ ਸਤਿਗੁਰੂ ਜੀ ਕਹਿੰਦੇ ਨੇ, ਗੁਰਬਿਨ ਅਵਰ ਨਾ ਜਾਣੇ ਕੋਈ। ਗੁਰੂ ਤੋਂ ਇਲਾਵਾ ਕਿਸੇ ਹੋਰ ਨੂੰ ਜਾਣਨਾ। ਇੱਥੇ ਤਾਂ ਅਸੀਂ ਗੁਰੂ ਦੇ ਸ਼ਰੀਕ ਲਿਆ ਕੇ ਗੁਰੂ ਦੇ ਬਰਾਬਰ ਬਿਠਾ ਦਿੱਤੇ। ਤੁਸੀਂ ਵੇਖੋ ਵੀ ਗੁਰੂ ਸਾਹਿਬ ਇਹ ਪੁਕਾਰ ਕੇ ਕਹਿ ਰਹੇ ਨੇ, ਗੁਰਬਿਨ ਅਵਰ ਨਾ ਜਾਣੇ ਕੋਈ, ਗੁਰੂ ਤੋਂ ਇਲਾਵਾ ਕਿਸੇ ਹੋਰ ਨੂੰ ਨਾ ਜਾਣ। ਤੇ ਅਸੀਂ ਤਾਂ ਕਿੰਨਿਆਂ ਕੁ ਨੂੰ ਜਾਣਦੇ ਆ, ਇਹ ਤਾਂ ਸਾਨੂੰ ਆਪਣੇ ਆਪ ਵੀ ਨਹੀਂ ਪਤਾ। ਸਾਡੇ ਤਾਂ ਵੀਰਵਾਰ ਵਾਲੇ ਬਾਬੇ ਦੀ ਪੂਜਾ ਵੀ ਹੁੰਦੀ ਹੈ, ਸੋਮਵਾਰ ਵਾਲਾ ਵੀ ਦੇਵਤਾ ਪੂਜਿਆ ਜਾਂਦਾ, ਮੰਗਲਵਾਰ ਵਾਲਾ ਵੀ ਸਾਡੇ ਘਰ ਜਿਹੜਾ ਹੈ ਉਹ ਪੂਜਿਆ ਜਾਂਦਾ, ਸ਼ੁੱਕਰਵਾਰ ਵੀ ਅਸੀਂ ਕਿਤੇ ਜਾਣਾ ਹੁੰਦਾ ਹੈ, ਅਸੀਂ ਸ਼ਨੀਵਾਰ ਸ਼ਨੀ ਦੇ ਵੀ ਤੇਲ ਚੜਾਉਣਾ ਹੁੰਦਾ। ਸਾਨੂੰ ਆਪ ਨੂੰ ਨਹੀਂ ਪਤਾ ਵੀ ਅਸੀਂ ਕਿਹਨੂੰ ਜਾਣ ਰਹੇ ਹਾਂ। ਤੇ ਗੁਰੂ ਕਹਿੰਦਾ ਹੈ, ਗੁਰਬਿਨ ਅਵਰ ਨਾ ਜਾਣੇ ਕੋਈ। ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਬਰਾਬਰ ਜਿਹੜਾ ਸੀ ਉਹ ਸ਼ਰੀਕ ਲਿਆ ਕੇ ਬਿਠਾ ਦਿੱਤਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਵੱਧ ਅਹਿਮੀਅਤ ਉਹਨੂੰ ਦੇਣੀ ਸ਼ੁਰੂ ਕਰ ਦਿੱਤੀ। ਤੇ ਅਸੀਂ ਇਹ ਆਪਣੇ ਮਨਾਂ ਦੇ ਵਿੱਚ ਕਿਤੇ ਭਰਮ ਪਾਲ ਕੇ ਬੈਠ ਗਏ ਵੀ ਸ਼ਾਇਦ ਜੇ ਕਿਤੇ ਇਹ ਨਾ ਹੋਵੇ ਤੇ ਸਿੱਖੀ ਜਿਉਂਦੀ ਨਹੀਂ ਰਹਿ ਸਕਦੀ। ਉਹ ਨਹੀਂ ਭਲਿਓ, ਸਿੱਖੀ ਜਿਹੜੀ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਆਧਾਰਸ਼ਿਲਾ ਦੇ ਉੱਤੇ ਟਿਕੀ ਹੈ।
ਉਹਨਾਂ ਦੀ ਵਿਚਾਰਧਾਰਾ ਦੇ ਉੱਤੇ ਟਿਕੀ ਹੈ। ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਰਾਬਰੀ ਕੋਈ ਵੀ ਗ੍ਰੰਥ ਜਿਹੜਾ ਹੈ ਉਹ ਨਹੀਂ ਕਰ ਸਕਦਾ। ਕੋਈ ਵੀ ਉਹਨਾਂ ਦੇ ਬਰਾਬਰ ਲਿਆ ਕੇ ਖੜਾ ਨਹੀਂ ਕੀਤਾ ਜਾ ਸਕਦਾ। ਸੋ ਸਤਿਗੁਰੂ ਜੀ ਕਹਿੰਦੇ ਨੇ ਗੁਰਬਿਨ ਅਵਰ ਨਾ ਜਾਣੇ ਕੋਏ, ਉਹਨੂੰ ਗੁਰੂ ਦਾ ਆਸਰਾ ਹੋਵੇ, ਗੁਰੂ ਦੀ ਟੇਕ ਹੋਵੇ, ਆਪਣੀ ਹੋਮੇ ਨੂੰ ਛੱਡ ਦੇਵੇ, ਆਪਾ ਭਾਵ ਗਵਾ ਦੇਵੇ ਤੇ ਗੁਰੂ ਤੋਂ ਇਲਾਵਾ ਕਿਸੇ ਹੋਰ ਨੂੰ ਨਾ ਜਾਣੇ। ਤੇ ਅਖੀਰ ਤੇ ਸਤਿਗੁਰੂ ਜੀ ਕਹਿਣ ਲੱਗੇ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ। ਨਾਨਕ ਇਹ ਗੱਲ ਆਖਦਾ ਹੈ ਸੰਤ ਜਨੋ, ਇਸ ਗੱਲ ਨੂੰ ਧਿਆਨ ਦੇ ਨਾਲ ਸੁਣੋ। ਉਹੀ ਸਿੱਖ ਗੁਰੂ ਦੇ ਸਨਮੁਖ ਸੁਰਖਰੂ ਹੁੰਦਾ ਹੈ, ਗੁਰੂ ਦੇ ਦਰ ਤੇ ਪ੍ਰਵਾਨ ਹੁੰਦਾ ਹੈ। ਕਿਹੜਾ ਸਿੱਖ? ਜਿਹੜਾ ਅੰਦਰੋਂ ਗੁਰੂ ਦੇ ਨਾਲ ਜੁੜ ਜਾਂਦਾ ਹੈ, ਜਿਹੜਾ ਅੰਦਰੋਂ ਗੁਰੂ ਦਾ ਓਟ ਆਸਰਾ ਲੈ ਕਰਕੇ ਗੁਰੂ ਤੋਂ ਇਲਾਵਾ ਕਿਸੇ ਹੋਰ ਨੂੰ ਨਹੀਂ ਜਾਣਦਾ, ਜਿਹੜਾ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਦੇ ਵਿੱਚ ਸੰਭਾਲ ਕੇ ਰੱਖਦਾ ਹੈ, ਜਿਹੜਾ ਕੇਵਲ ਸਰੀਰ ਕਰਕੇ ਨਹੀਂ, ਤਨ ਕਰਕੇ ਨਹੀਂ, ਉਹ ਮਨ ਕਰਕੇ ਗੁਰੂ ਦੇ ਨਾਲ ਇੱਕ ਮਿੱਤਰਤਾ ਕਾਇਮ ਕਰ ਲੈਂਦਾ ਹੈ, ਉਹ ਗੁਰੂ ਦੇ ਦਰ ਤੇ ਸੁਰਖਰੂ ਹੋ ਜਾਂਦਾ ਹੈ। ਫਿਰ ਇਹੋ ਜਿਹੀਆਂ ਸਿੱਖਾਂ ਦੇ ਲਈ ਗੁਰੂ ਇਹ ਸ਼ਬਦ ਵਰਤਦੇ ਨੇ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੂੰ ਨਿਵਾਸ। ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ। ਆਓ ਗੁਰੂ ਕਿਰਪਾ ਕਰੇ, ਜਿੱਥੇ ਤਨ ਕਰਕੇ ਗੁਰੂ ਦੀ ਨੇੜਤਾ ਨੂੰ ਅਸੀਂ ਮੰਨਦੇ ਹਾਂ, ਉੱਥੇ ਯਤਨ ਕਰੀਏ ਸਾਡਾ ਮਨ ਵੀ ਗੁਰੂ ਦੀ ਨੇੜਤਾ ਨੂੰ ਮਾਣੇ, ਸਾਡਾ ਹਿਰਦਾ ਵੀ, ਸਾਡਾ ਅੰਦਰਲਾ ਵੀ ਜਿਹੜਾ ਹੈ ਉਹ ਗੁਰੂ ਦੇ ਨੇੜੇ ਹੋਵੇ। ਅਸੀਂ ਵੱਖ-ਵੱਖ ਵਹਿਮਾਂ ਭਰਮਾਂ ਨੂੰ ਛੱਡ ਕੇ, ਵੱਖ-ਵੱਖ ਆਸਰਿਆਂ ਨੂੰ ਛੱਡ ਕੇ ਕੇਵਲ ਤਾਂ ਕੇਵਲ ਇੱਕੋ ਇੱਕ ਆਸਰਾ ਉਸ ਅਕਾਲ ਪੁਰਖ ਪਰਮਾਤਮਾ ਦਾ ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਆਪਣੇ ਜੀਵਨ ਦੇ ਵਿੱਚ ਲਈਏ, ਤਾਂ ਕਿ ਅਸੀਂ ਵੀ ਗੁਰੂ ਦੇ ਦਰ ਤੇ ਸੁਰਖਰੂ ਹੋ ਸਕੀਏ, ਸਾਡੇ ਵੀ ਹੋ ਸਕਣ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭਾਪੇ ਮੇਲੇ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।